Good morning to all. Just by ਠਾਕੁਰ ਸਾਹਿਬ ਦੀ ਕਲਾਸਿਸ ਦੇ ਵਿੱਚ ਵੈਲਕਮ। ਅੱਜ ਟੌਪਿਕ ਕਰਾਂਗੇ ਮਾਡਰਨ ਹਿਸਟਰੀ ਦਾ ਇੰਡੀਅਨ ਨੈਸ਼ਨਲ ਕਾਂਗਰਸ ਦੇ ਬਾਰੇ ਆਪਾਂ ਸਾਰਾ ਕੁਝ ਪੜਾਂਗੇ। ਪਰ ਸਭ ਤੋਂ ਪਹਿਲਾਂ ਇਹ ਕਲੀਅਰ ਕਰੀਏ ਕਿ ਕਾਂਗਰਸ ਬਣੀ ਕਿਉਂ। YINC ਇੰਡੀਅਨ ਨੈਸ਼ਨਲ ਕਾਂਗਰਸ ਫਾਰਮਡ, ਇਹਨੂੰ ਬਣਾਉਣ ਦਾ ਕੀ ਮਕਸਦ ਸੀ? ਤਾਂ ਬੱਚੇ ਇਹਨੂੰ ਬਣਾਉਣ ਦਾ ਕ੍ਰੈਡਿਟ ਜਾਂਦਾ ਹੈ AO ਹਿਊਮ ਨੂੰ। ਅਗਰ ਤੁਹਾਨੂੰ ਪੁੱਛਿਆ ਜਾਏ, ਕੁਐਸਚਨ ਬੜੀ ਵਾਰ ਆ ਰਿਹਾ ਪੇਪਰ ਦੇ ਵਿੱਚ ਕਿ ਇਹ ਇੰਡੀਅਨ ਨੈਸ਼ਨਲ ਕਾਂਗਰਸ ਕਿਸ ਨੇ ਬਣਾਈ ਸੀ, ਤੇ ਸਟੂਡੈਂਟ ਨੋਟ ਕਰ ਲਿਓ, ਆਨਸਰ ਹੈ AO ਹਿਊਮ, ਐਲਨ ਓਕਟੇਵੀਅਨ ਹਿਊਮ ਨੇ। He founded the Indian National Congress in order to form a platform for civil and political dialogue among educated Indians. Very very important. Why? सब तो पहला तो बच्चे क्लियर होया कि why कांग्रेस बनन दा कारण की है, क्यों बनाई गई। ਤਾਂ ਇਹ ਉਹੀ ਹਿਊਮ ਨੇ ਇੱਕ ਗੱਲ ਕਹੀ ਹੈ, ਕਹਿੰਦਾ he formed Congress to form a platform for civil and political dialogue among educated Indians। मतलब ਕਿ ਜਿਹੜੇ ਪੜ੍ਹੇ ਲਿਖੇ ਭਾਰਤੀ ਹੈ, ਇੰਡੀਅਨਸ ਹੈਗੇ ਆ, ਉਹਨਾਂ ਵਿੱਚ ਸਿਵਲ ਤੇ ਰਾਜਨੀਤਿਕ ਇਹ ਜਿਹੜੀ ਭਾਵਨਾ ਜਿਹੜੀ ਪੈਦਾ ਕਰਨੀ ਸੀ ਇਸ ਪਲੇਟਫਾਰਮ ਨੂੰ ਬਣਾਉਣ ਦੇ ਲਈ। ਮਤਲਬ ਐਜੂਕੇਟਡ ਬੰਦਿਆਂ ਦੇ ਵਿੱਚ ਸਿਵਲ ਤੇ ਰਾਜਨੀਤਿਕ ਠੀਕ ਹੈ ਭਾਵਨਾ ਪੈਦਾ ਕਰਨ ਦੇ ਲਈ ਇੱਕ ਪਲੇਟਫਾਰਮ ਤਿਆਰ ਕੀਤਾ ਗਿਆ, ਜਿਸ ਦਾ ਨਾਮ ਰੱਖਿਆ ਗਿਆ ਇੰਡੀਅਨ ਨੈਸ਼ਨਲ ਕਾਂਗਰਸ। ਤਾਂ ਬੱਚੇ ਸਿੱਧੀ ਜੀ ਗੱਲ ਹੈ, ਆਪਾਂ ਅਗਰ ਐਗਜ਼ਾਮੀਨੇਸ਼ਨ ਵੀ ਹਫਤੇ ਦੇਖੀਏ ਕਿ ਕਿਹੜਾ ਕੁਐਸਚਨ ਆ ਸਕਦਾ ਹੈ, ਤਾਂ ਸਭ ਤੋਂ ਪਹਿਲਾ ਕੁਐਸਚਨ ਇਹੋ ਹੀ ਨਿਕਲ ਕੇ ਆਉਂਦਾ ਕਿ ਇੰਡੀਅਨ ਨੈਸ਼ਨਲ ਕਾਂਗਰਸ ਕਿਸ ਨੇ ਬਣਾਈ ਸੀ, ਤਾਂ ਉਹਦਾ ਆਨਸਰ ਹੈ AO ਹਿਊਮ ਨੇ। ਫਿਰ ਆਂਦਾ ਹੈ ਕਿ ਕਦੋਂ ਬਣਾਈ ਗਈ, ਵੈਨ ਇਟ ਇਜ਼ ਫਾਰਮਡ। ਤਾਂ ਬੱਚੇ 28 ਦਸੰਬਰ 1885 ਨੂੰ ਕਾਂਗਰਸ ਬਣਾਈ ਗਈ। ਵੇਅਰ ਇਨ ਮੁੰਬਈ ਬਾय AO ਹਿਊਮ, ਐਲਨ ਓਕਟੇਵੀਅਨ ਹਿਊਮ। ਇਹ ਤੇ ਬੱਚੇ ਸੀ ਕਿ ਕਿਨ ਬਣਾਈ ਔਰ ਕਿਉਂ ਬਣਾਈ, ਠੀਕ ਹੈ, ਕਦੋਂ ਬਣਾਈ, ਕਿੱਥੇ ਬਣਾਈ। ਨੈਕਸਟ ਆਪਾਂ ਫਰਦਰ ਉਸ ਤੋਂ ਬਾਅਦ ਕਰਦੇ ਹਾਂ ਕਿ ਕਾਂਗਰਸ ਜਿਹੜੇ ਜਿੰਨੇ ਵੀ ਸੈਸ਼ਨ ਹੁੰਦੇ ਆ, ਇੰਪੋਰਟੈਂਟ ਸੈਮੀਨਾਰਸ ਹੁੰਦੇ ਆ, ਉਹਨਾਂ ਬਾਰੇ ਆਪਾਂ ਡਿਸਕਸ ਕਰਦੇ ਹਾਂ। ਤਾਂ ਲੈ ਚੱਲਦੇ ਹਾਂ ਪਹਿਲੇ ਸੈਸ਼ਨ ਵੱਲ। ਤਾਂ ਨੈਕਸਟ ਸਟੂਡੈਂਟ ਆਪਾਂ ਕਰਦੇ ਹਾਂ ਇਹਦਾ ਪਹਿਲਾ ਸੈਸ਼ਨ। ਫਸਟ ਸੈਸ਼ਨ ਦੇ ਵਿੱਚ ਸਭ ਤੋਂ ਪਹਿਲਾਂ ਨੋਟ ਕਰਨਾ, ਪਹਿਲਾ ਸੈਸ਼ਨ ਕਿੱਥੇ ਹੋਇਆ। ਤੁਹਾਨੂੰ ਪੁੱਛਿਆ ਜਾਏਗਾ ਅਗਰ ਪਲੇਸ ਕਿ ਕਾਂਗਰਸ ਦਾ ਪਹਿਲਾ ਸੈਸ਼ਨ ਕਦੋਂ ਹੋਇਆ ਸੀ, ਕਿੱਥੇ ਹੋਇਆ ਸੀ। ਬੱਚੇ ਬੰਬੇ ਦੇ ਵਿੱਚ ਪਹਿਲਾ ਸੈਸ਼ਨ ਹੁੰਦਾ 1885 ਨੂੰ। ਔਰ ਇਹਦਾ ਪ੍ਰੈਜ਼ੀਡੈਂਟ, ਇਹਦਾ ਪ੍ਰਧਾਨ ਕੌਣ ਹੈ? ਇਸ ਸੈਸ਼ਨ ਦਾ ਪ੍ਰਧਾਨ ਸੀ WC ਬੈਨਰਜੀ। ਬੱਚੇ ਨੋਟ ਕਰਿਓ, बोमेश चंद्रा बैनर्जी और WC बैनर्जी पहली बार जो कांग्रेस बैठी है ਉਹਦੇ ਪ੍ਰਧਾਨ ਸੀ। ਔਰ ਅਗਰ ਤੁਹਾਨੂੰ ਪੁੱਛਿਆ ਜਾਏਗਾ ਉਸ ਟਾਈਮ ਵਾਇਸਰੋਏ, ਭਾਰਤ ਦੇ ਵਾਇਸਰੋਏ ਕੌਣ ਸੀ? ਲਾਰਡ ਡਫਰਿਨ। ਠੀਕ ਹੈ ਜੀ, ਯਾਦ ਕਰ ਲਿਓ, ਇਦਾਂ ਦੇ ਇੰਪੋਰਟੈਂਟ ਕੁਐਸਚਨ। ਫਸਟ ਸੈਸ਼ਨ ਆਫ ਕਾਂਗਰਸ ਵਾਜ਼ ਪ੍ਰੋਪੋਜ਼ਡ ਐਟ ਪੂਨਾ, but because of an outbreak of plague in Pune, the venue shifted to Bombay। ਬੱਚੇ ਨੋਟ ਕਰ ਲੈਣਾ, ਐਕਚੁਅਲੀ ਕੀ ਹੀ ਪਹਿਲੇ ਉਹਨਾਂ ਨੇ ਕਿਹਾ ਸੀ ਕਿ ਆਪਾਂ ਪੂਨਾ ਵਿੱਚ ਜਿਹੜਾ ਕਾਂਗਰਸ ਦਾ ਸੈਸ਼ਨ ਕਰਾਂਗੇ ਪਹਿਲਾ ਵਾਲਾ, ਪਰ ਉੱਥੇ ਕੀ ਪਲੇਗ ਫੈਲ ਗਈ। ਤੁਹਾਨੂੰ ਸਾਰਿਆਂ ਨੂੰ ਪਤਾ ਪਲੇਗ ਜਿਹੜੀ ਚੂਹੇ ਤੋਂ ਬੜੀ ਗੰਦੀ ਬਿਮਾਰੀ ਹੁੰਦੀ ਹੈ। ਤਾਂ ਫਿਰ ਸਾਰਿਆਂ ਨੇ ਕੀ ਕਿਹਾ ਕਿ ਆਪਾਂ ਚਲੋ ਪੂਨੇ ਦੀ ਜਗ੍ਹਾ ਕੀ ਕਰਦੇ ਹਾਂ, ਸੈਸ਼ਨ ਆਪਾਂ ਮੁੰਬਈ ਕਰ ਲੈਂਦੇ ਹਾਂ। ਤਾਂ ਇਹਦਾ ਮਤਲਬ ਪਹਿਲਾ ਸੈਸ਼ਨ ਕਿੱਥੇ ਹੋਇਆ, ਠੀਕ ਹੈ ਜੀ, ਬੰਬੇ। ਅਗਰ ਪੁੱਛਿਆ ਜਾਏਗਾ ਕਾਂਗਰਸ ਦਾ ਬੰਬੇ ਤੋਂ ਪਹਿਲਾਂ ਸੈਸ਼ਨ ਕਿੱਥੇ ਪ੍ਰਪੋਜ਼ ਕੀਤਾ ਸੀ, ਤਾਂ ਉਹੀ ਬੱਚੇ ਪੂਨਾ। ਐਂਡ ਇਨ ਦਾ ਫਸਟ ਸੈਸ਼ਨ ਡੈਟ ਵਾਜ਼ ਹੈਲਡ ਇਨ ਬੰਬੇ ਐਟ ਗੁਰੂ ਗੋਕੁਲਦਾਸ ਤੇਜਪਾਲ ਸੰਸਕ੍ਰਿਤ ਕਾਲਜ। ਇਹ ਵੀ ਆਂਦਾ ਵੈਨਿਊ
अगर पूछे वैन्यू कित्थे बच्चे बॉम्बे की किहड़ी जगह ही गोकुलदास तेजपाल संस्कृत कॉलेज। और किन्ने जणियां ने ये भी क्वेश्चन आ गया पेपर दे विच कि कांग्रेस का जिहड़ा पहला सैशन होया किन्ने जणियां ने अटेंड किया तो बच्चे वो आंसर है 72। और स्टूडेंट जेडे बच्चे अपने हैगे स्टूडेंट पंजाबी माध्यम दे उन्हां दे लई मैं पंजाबी लिखी पे नाल सारी पढ़ी जाए नाल। कांग्रेस का पहला सैशन पूना विखे प्रस्तावित किया गया सी पर पूना विच प्लेग के फैलन कारण स्थान नूं बंबई विच तब्दील कर दिता गया ਅਤੇ ਬੰਬਈ ਵਿੱਚ ਹੋਏ ਪਹਿਲੇ ਸੈਸ਼ਨ ਵਿੱਚ ਗੋਕੁਲਦਾਸ ਤੇਜਪਾਲ ਸੰਸਕ੍ਰਿਤ ਪਾਠਸ਼ਾਲਾ ਵਿੱਚ ਸਿਰਫ 32 ਡੈਲੀਗੇਟ ਨੇ ਭਾਗ ਲਿਆ। और स्टूडेंट आ सी पहला सैशन। अगे चलते हैं स्टूडेंट्स तो गल करते हैं दूजा सैशन सैकेंड सैशन कांग्रेस का। अगर पूछा जाएगा वैन्यू कित्थे सी स्टूडेंट वो वैन्यू हैगा कलकत्ता कित्थे होया और कदों होया वैन 1886 दे विच अगले साल। दूजे सैशन विच प्रेजिडेंट प्रधान कौन सी बच्चे नोट करना दादा भाई नरोजी वेरी वेरी इंपॉर्टेंट दादा भाई नरोजी। ठीक है जी मैं रिपीट करदा सैकेंड सैशन दे विच कित्थे होया कलकत्ता विच 1886 प्रधान सी प्रेजिडेंट सी दादा भाई नरोजी और ड्यूरिंग वाइस रॉय उस टाइम भी लॉर्ड डफरिन। ठीक है जी द नंबर ऑफ डेलीगेट्स हैड इनक्रीज्ड टू 434। तुहानूं ही पढ़िया होना पहला सैशन जिहड़ा होया कांग्रेस का उहदे विच किन्ने डेलीगेट सी 72 पर जदों सैकेंड होया तो उदों किन्ने डेलीगेट हो गया पेपर च अगर आए क्वेश्चन तो नोट कर लेना 434 डेलीगेट्स। दादा भाई नरोजी आल्सो नोन एज ग्रैंड ओल्ड मैन ऑफ इंडिया। अगर तुहानूं पूछा जाए भारत के ग्रैंड ओल्ड मैन ऑफ इंडिया किसनूं कहा जाता है तो स्टूडेंट आंसर है दादा भाई नरोजी नूं। और अगर पूछा जाए अनऑफिशियल अंबैसडर ऑफ इंडिया किसनूं कहा जाता है उसका आंसर भी की है दादा भाई नरोजी। अनऑफिशियल अंबैसडर ऑफ इंडिया ग्रैंड ओल्ड मैन ऑफ इंडिया। दादा भाई नरोजी वॉज एन इंडियन पोलिटिकल लीडर मर्चेंट व्यापारी सन स्कॉलर वो बहुत ज़्यादा विद्वान सन राइटर सन हु सर्व्ड सेकेंड 9th 22nd प्रेजिडेंट ऑफ INC 1986 93 ते 1906। बच्चे रिपीट करदा कि दादा भाई नरोजी ने किन्नी बारी कांग्रेस की प्रधानगी की है और कदों कदों की है। आंसर दूजा जो सैशन हुंदा 9वें सैशन विच ते 22वें दे विच और किहड़े साल 1886 दे विच 1893 दे विच 1906 दे विच प्रधानगी की है। ही वॉज अ लिबरल पार्टी मैंबर ऑफ पार्लीमेंट इन द ब्रिटिश हाउस ऑफ कॉमन रिप्रजेंटिंग फिन्सबरी सेंट्रल बिटवीन 1892 1895। बच्चे नोट कर लियो मैं रिपीट कर देना ही वॉज अ लिबरल पार्टी मैंबर ऑफ पार्लीमेंट इन द ब्रिटिश हाउस ऑफ कॉमन। तो ये याद रखियो ये एज ए MP ब्रिटिश हाउस ऑफ कॉमन्स दे विच इन्होंने काम किया सी और किनू रिप्रजेंट किया ही फिन्सबरी सेंट्रल नू किहड़े टाइम ते 1892 तो लैके 1895 दे विच। मैं रिपीट करदा ये एज ए MP मैंबर ऑफ पार्लीमेंट रहे है किस जगह दे ब्रिटिश हाउस ऑफ कॉमन्स जिद्दां आपां लोक सभा ते राज्य सभा कहने उदा इंग्लैंड दे विच एक सदन का नाम है ब्रिटिश हाउस ऑफ कॉमन्स। ठीक है जी और इन्हां दी जिहड़ी पार्टी किहड़े मतलब किस वल्लों इन्हां ने रिप्रजेंट किया ही फिन्सबरी सेंट्रल और 1892 तो लैके 1895 तक इन्हां ने रिप्रजेंट किया सी। और स्टूडेंट गल करते हैं आपां इन्हां दी बुक का नाम दादा भाई नरोजी की बुक सब तो इंपॉर्टेंट बुक है। बुक का नाम है पावर्टी एंड अन ब्रिटिश रूल इन इंडिया मोस्ट इंपॉर्टेंट बुक काफ़ी बार पेपर दे विच आई गई है। किहड़ी बुक का नाम है दादा भाई नरोजी जी का
ਪਾਵਰਟੀ ਅਨ ਬ੍ਰਿਟਿਸ਼ ਰੂਲ ਇਨ ਇੰਡੀਆ। ਮੈਂ ਤੁਹਾਨੂੰ ਹੁਣੇ ਦੱਸਿਆ ਹੀ ਭਾਰਤ ਦੇ ਮਹਾਨ ਵਿਅਕਤੀ, ਭਾਰਤ ਦੇ ਗੈਰ ਅਧਿਕਾਰਤ ਰਾਜਦੂਤ, ਅਨऑफिशियल ਐਂਬੈਸਡਰ ਕਿਹਾ ਗਿਆ। ਠੀਕ ਹੈ ਜੀ। ਔਰ ਇਹ ਵੀ ਤੁਹਾਨੂੰ ਮੈਂ ਦੱਸਦਾ ਕਿ 9ਵੇਂ 22ਵੇਂ ਪ੍ਰਧਾਨ ਰਹੇ ਸੀ ਇਹ ਵਿੱਚ ਕੀ ਕਰਾਇਆ ਤੁਹਾਨੂੰ। ਤੇ ਬੱਚੇ ਆਹ ਨੋਟ ਕਰ ਲਿਓ, ਇਨ 1854 ਹੀ ਆਲਸੋ ਫਾਊਂਡਡ ਹੈ ਗੁਜਰਾਤੀ ਫੋਰਟਨਾਈਟ ਪਬਲੀਕੇਸ਼ਨ। ਇਹਨਾਂ ਨੇ ਇੱਕ ਮੈਗਜ਼ੀਨ ਬਣਾਇਆ ਸੀ, ਉਹਦਾ ਨਾਂ ਹੀ ਰਸਤ ਗੁਫਤਾਰ। ਰਸਤ ਗੁਫਤਾਰ ਦਾ ਟਰੁੱਥ ਟੈਲਰ ਜਿਹਨੂੰ ਕਹਿੰਦੇ ਆਪਾਂ, ਪੇਪਰ 'ਚ ਸਿੱਧਾ ਹੀ ਆਊਗਾ। ਰਸਤ ਗੁਫਤਾਰ ਕਿਹਦੀ ਰਚਨਾ ਹੈ? ਇਹ ਪਬਲੀਕੇਸ਼ਨ ਕਿਹਦੀ ਹੈ? ਫੋਰਟਨਾਈਟਲੀ। ਠੀਕ ਹੈ ਜੀ। ਗੁਜਰਾਤੀ ਲੈਂਗੁਏਜ ਦੇ ਵਿੱਚ ਲਿਖਿਆ ਗਿਆ ਇੱਕ ਮੈਗਜ਼ੀਨ ਹੈ। ਇਹ ਇੱਕ ਮੈਗਜ਼ੀਨ ਹੈ ਰਸਤ ਗੁਫਤਾਰ। ਇਹ ਕਿਸ ਦਾ ਹੈਗਾ? ਦਾਦਾ ਭਾਈ ਨਰੋਜੀ ਜੀ ਦਾ। ਸਟੂਡੈਂਟ ਅਗਲੇ ਸੈਸ਼ਨ ਦੀ ਗੱਲ ਕਰੀਏ, ਥਰਡ ਸੈਸ਼ਨ ਦੀ। ਤੀਜਾ ਸੈਸ਼ਨ ਕਦੋਂ ਹੋਇਆ? ਵੈਨਿਊ ਹੈ ਉਹਦੀ ਜਗ੍ਹਾ ਕਿੱਥੇ ਹੈਗੀ ਹੈ ਸਟੂਡੈਂਟ? ਮਦਰਾਸ ਵਿੱਚ 1887। ਔਰ ਪ੍ਰੈਜ਼ੀਡੈਂਟ ਪ੍ਰਧਾਨ ਕੌਣ ਸਨ? ਤੀਜੀ ਦੇ ਪ੍ਰਧਾਨ ਸਨ ਸੈयद ਬਦਰੁਦੀਨ ਤੈਯਬਜੀ। ਠੀਕ ਹੈ ਜੀ ਬੱਚੇ, ਨੋਟ ਕਰ ਲਿਓ, ਬਦਰੁਦੀਨ ਤੈਯਬਜੀ। ਠੀਕ ਹੈ ਜੀ। ਔਰ ਇਹ ਨੋਟ ਕਰਨਾ ਫਸਟ ਮੁਸਲਿਮ ਪ੍ਰੈਜ਼ੀਡੈਂਟ ਵੀ ਹੀ। ਅਗਰ ਤੁਹਾਨੂੰ ਪੁੱਛਿਆ ਜਾਏ ਕਾਂਗਰਸ, ਇੰਡੀਅਨ ਨੈਸ਼ਨਲ ਕਾਂਗਰਸ ਦੇ ਫਸਟ ਮੁਸਲਿਮ ਪ੍ਰੈਜ਼ੀਡੈਂਟ ਕੌਣ ਸਨ? ਮੁਸਲਿਮ ਪ੍ਰੈਜ਼ੀਡੈਂਟ ਕੌਣ ਸਨ? ਪ੍ਰਧਾਨ ਕੌਣ ਸਨ ਮੁਸਲਿਮ? ਤਾਂ ਬੱਚੇ ਆਨਸਰ ਕੀ ਹੈ? ਸੈयद ਬਦਰੁਦੀਨ ਤੈਯਬਜੀ। ਮੈਂ ਤੁਹਾਨੂੰ ਨਾ ਇੰਪੋਰਟੈਂਟ ਕੁਐਸਚਨ ਨਾਲ ਨਾਲ ਕਰਵਾਈ ਜਾ ਰਿਹਾ। ਔਰ ਇਹ ਵੀ ਵਾਇਸਰੋਏ ਇਹਨਾਂ ਦੇ ਟਾਈਮ ਹੈ ਲਾਰਡ ਡਫਰਿਨ। ਮਤਲਬ ਤੀਜੀ ਜਿਹੜੀ ਕਾਂਗਰਸ ਦੀ ਮੀਟਿੰਗ ਹੋਈ ਹੈ, ਸੈਸ਼ਨ ਹੋਇਆ ਮਦਰਾਸ ਵਿੱਚ 1887। ਇਹ ਮੁਸਲਿਮ ਪ੍ਰਧਾਨ ਰਹੇ, ਪਹਿਲੇ ਫਸਟ ਮੁਸਲਿਮ ਪ੍ਰੈਜ਼ੀਡੈਂਟ। ਔਰ ਇਹ ਕਿਹਨਾਂ ਦੇ ਟਾਈਮ? ਇਹਨਾਂ ਨੇ ਵਾਇਸਰੋਏ ਇਹਨਾਂ ਦੇ ਟਾਈਮ ਤੇ ਸੀ ਲਾਰਡ ਡਫਰਿਨ। ਹੀ ਫਾਊਂਡਡ ਅੰਜੁਮਨ ਏ ਇਸਲਾਮ ਕਾਲਜ। ਤੁਹਾਨੂੰ ਪੇਪਰ 'ਚ ਅਗਰ ਪੁੱਛਿਆ ਜਾਏ ਕਦੀ, ਇੱਕ ਕਾਲਜ ਹੀ ਅੰਜੁਮਨ ਏ ਇਸਲਾਮ ਬੰਬੇ ਦੇ ਵਿੱਚ 1874 ਦੇ ਵਿੱਚ ਇੱਕ ਕਾਲਜ ਬਣਾਇਆ ਸੀ ਅੰਜੁਮਨ ਏ ਇਸਲਾਮ। ਉਹ ਕਿਹਨੇ ਬਣਾਇਆ ਸੀ? ਤਾਂ ਉਹਦਾ ਆਨਸਰ ਵੀ ਕੀ ਹੈ? ਬਦਰੁਦੀਨ ਤਾਇਬਜੀ ਨੇ। ਐਨ ਅਪੀਲ ਮੇਡ ਟੂ ਮੁਸਲਿਮਸ ਟੂ ਜੁਆਇਨ ਹੈਂਡ ਵਿਦ ਅਦਰ ਨੈਸ਼ਨਲ ਲੀਡਰਸ। ਇਹਨਾਂ ਨੇ ਇੱਕ ਬੜੀ ਵਧੀਆ ਗੱਲ ਕਹੀ, ਆਪਣੇ ਜਿਹੜੇ ਮੁਸਲਿਮ ਭਰਾ ਸਨ, ਇਹਨਾਂ ਦੇ ਬ੍ਰਦਰ ਸਨ, ਠੀਕ ਹੈ, ਇਹਨਾਂ ਦੀ ਕਮਿਊਨਿਟੀ ਦੇ। ਇਹਨਾਂ ਨੇ ਕਿਹਾ ਸੀ ਕਿ ਤੁਸੀਂ ਅਗਰ ਵਧੀਆ ਕਰਨਾ ਹੈ, ਅਗਰ ਤੁਸੀਂ ਇੰਡੀਆ ਬਾਰੇ ਸੋਚਣਾ, ਤੇ ਬਾਕੀ ਕਮਿਊਨਿਟੀ ਦੇ ਨਾਲ, ਬਾਕੀ ਨੈਸ਼ਨਲ ਲੀਡਰਸ ਦੇ ਨਾਲ ਚਲੋ। ਤਾਇਬਜੀ ਵਿਕੇਮ ਦਾ ਫਸਟ ਇੰਡੀਅਨ ਬੈਰਿਸਟਰ ਇਨ ਦਾ ਹਾਈ ਕੋਰਟ ਆਫ ਬੰਬੇ। ਅਗਰ ਤੁਹਾਨੂੰ ਪੁੱਛਿਆ ਜਾਏਗਾ ਬੰਬੇ ਹਾਈ ਕੋਰਟ ਦੇ ਪਹਿਲੇ ਇੰਡੀਅਨ ਬੈਰਿਸਟਰ ਕੌਣ ਸਨ? ਠੀਕ ਹੈ ਜੀ, ਵਕੀਲ ਕਹਿ ਸਕਦੇ ਹਾਂ ਆਪਾਂ। ਕਿ ਹਾਈ ਕੋਰਟ ਕਿਹੜੀ ਵਾਲੀ? ਬੰਬੇ ਹਾਈ ਕੋਰਟ ਦੇ ਪਹਿਲੇ ਇੰਡੀਅਨ ਬੈਰਿਸਟਰ ਕੌਣ ਸਨ? ਤਾਂ ਉਹਦਾ ਵੀ ਆਨਸਰ ਕੀ ਆਏਗਾ? ਬਦਰੁਦੀਨ ਤਾਇਬਜੀ। ਠੀਕ ਹੈ ਜੀ ਸਟੂਡੈਂਟ, ਨੈਕਸਟ ਚਲਦੇ ਹਾਂ ਆਪਾਂ। ਨੈਕਸਟ ਸਟੂਡੈਂਟ ਚੌਥਾ ਤੇ ਪੰਜਵਾਂ ਸੈਸ਼ਨ ਵੀ ਨੋਟ ਕਰ ਲਓ। ਫੋਰਥ ਸੈਸ਼ਨ ਕਿੱਥੇ ਹੁੰਦਾ ਹੈ ਬੱਚੇ? ਇਲਾਹਾਬਾਦ ਵਿੱਚ। ਇਲਾਹਾਬਾਦ। ਇਲਾਹਾਬਾਦ ਕਿੱਥੇ ਹੈਗਾ? ਗੰਗਾ ਤੇ ਯਮੁਨਾ ਨਦੀ ਜਿਹੜੀ ਹੈਗੀ ਹੈ ਜਿੱਥੇ ਮਿਲਦੀਆਂ ਬੱਚੇ, ਉਸ ਪੁਆਇੰਟ ਨੂੰ ਕੀ ਕਹਿੰਦੇ ਆ? ਇਲਾਹਾਬਾਦ। ਉੱਥੇ ਇਹ ਜਿਹੜਾ ਸੈਸ਼ਨ ਹੁੰਦਾ ਹੈ 1888 ਦੇ ਵਿੱਚ ਚੌਥਾ। ਪ੍ਰੈਜ਼ੀਡੈਂਟ ਪੁੱਛਿਆ ਜਾਏ ਕੌਣ ਹੀ? ਜਾਰਜ ਜੂਲ ਜਾਂ ਜਾਰਜ ਜੂਲੇ। ਵੈਰੀ ਵੈਰੀ ਇੰਪੋਰਟੈਂਟ। ਇੱਥੋਂ ਵੀ ਬੜਾ ਕੁਐਸਚਨ ਨਿਕਲ ਕੇ ਆਂਦਾ ਕਿ ਫਸਟ ਇੰਗਲਿਸ਼ ਪ੍ਰੈਜ਼ੀਡੈਂਟ ਕੌਣ ਸਨ? ਇੰਡੀਅਨ ਨੈਸ਼ਨਲ ਕਾਂਗਰਸ ਦੇ ਪਹਿਲੇ ਇੰਗਲਿਸ਼ ਪ੍ਰੈਜ਼ੀਡੈਂਟ ਕੌਣ ਹੋਏ? ਪਹਿਲੇ ਅੰਗਰੇਜ਼। ਪਹਿਲੇ ਅੰਗਰੇਜ਼ ਕੌਣ ਸਨ ਜਿਹੜੇ ਪ੍ਰਧਾਨ ਬਣੇ? ਤਾਂ ਉਹ ਹੈ ਜਾਰਜ ਜੂਲੇ। ਇਹ ਲਾਰਡ ਡਫਰਿਨ ਹੀ ਇਸ ਟਾਈਮ ਵੀ ਵਾਇਸਰੋਏ ਭਾਰਤ ਦੇ। ਇਹਨਾਂ ਨੇ ਕੀ ਕੀਤਾ ਸੀ? ਜਾਰਜ ਜੂਲ ਨੇ ਹੀ ਰਿਡਿਊਸਡ ਮਿਲਟਰੀ ਐਕਸਪੈਂਡੀਚਰ। ਇਹ ਕਹਿੰਦਾ ਜਿਹੜਾ ਆਰਮੀ ਦੇ ਉੱਪਰ ਸਰਕਾਰ ਬਹੁਤ ਖਰਚਾ ਕਰ ਰਹੀ ਹੈ ਨਜਾਇਜ਼, ਉਹਨੂੰ ਘਟਾਉਣਾ। ਇਹ ਜਾਰਜ ਜੂਲ ਦਾ ਮੇਨ ਕੰਮ ਸੀ। ਫਿਰ ਆਂਦਾ ਫਿਫਥ ਸੈਸ਼ਨ ਕਾਂਗਰਸ ਦਾ 1899। 1899 ਨੂੰ ਹੁੰਦਾ ਕਿੱਥੇ ਪੁੱਛਿਆ ਜਾਏ ਤਾਂ ਬੰਬੇ। ਔਰ ਪ੍ਰੈਜ਼ੀਡੈਂਟ ਹੈ ਵਿਲੀਅਮ ਵੈਡਰਬਰਨ। ਬੱਚੇ ਨੋਟ ਕਰ ਲੈਣਾ, ਇਹ ਵੀ ਇੱਕ ਬ੍ਰਿਟਿਸ਼ ਹੈਗਾ, ਵਿਲੀਅਮ ਵੈਡਰਬਰਨ। ਇਹਦੇ ਟਾਈਮ ਤੇ ਵੂਮਨ ਪਾਰਟਿਸਿਪੇਸ਼ਨ ਸਟਾਰਟਡ ਡਿਊਰਿੰਗ ਹਿਜ਼ ਟੈਨਿਓਰ। ਜਿਹੜੀ ਲੇਡੀਜ਼ ਸੀ ਨਾ ਉਸ ਟਾਈਮ, ਵੂਮਨ ਜਿਹੜੀ ਵੀ ਉਹਨਾਂ ਨੇ ਇੰਡੀਅਨ ਨੈਸ਼ਨਲ ਕਾਂਗਰਸ
ज्वाइन करनी स्टार्ट की थी। अगर पूछा जाए कि किस प्रेजिडेंट या किस सैशन दे विच जिहड़ा लेडीज़ वालों या वोमेन वालों कांग्रेस ज्वाइन की थी स्टार्ट, तो वो आंसर है 5th सैशन विलियम बटरबर्न दे टाइम दे। नैक्सट देखते हैं। देखो स्टूडेंट सारे सैशन तो आप कर नहीं सकते डिटेल दे विच, वीडियो दे विच मैं मेन कराई जाने। उस तो बाद आंदा 1892 वाला सैशन WC बैनर्जी। अगर पूछा जाए 1892 कांग्रेस का जोड़ा इंडियन नैशनल कांग्रेस का सैशन होंदा है वो किहदे टाइम ते होंदा है 1892 वाला, तो वह है WC बैनर्जी। कित्थे होंदा है? इलाहाबाद दे विच। और इस टाइम 1892 का जोड़ा इंडियन कौंसल एक्ट है कांग्रेस वालों उसनू क्रिटिसाइज किया जाता, उसनू दुत्कारिया जाता। मैं रिपीट करदा, WC बैनर्जी के टाइम ते जड़ी कांग्रेस का सैशन होया उहदे विच इंडियन कौंसल एक्ट 1892 नू, ठीक है, उहदा बाइकआउट किया जाता। उस तो बाद अगला सैशन होंदा 1893 का कांग्रेस का। प्रेजिडेंट है दादा भाई नरोजी। और कांग्रेस का सॉरी प्रेजिडेंट अपने कांग्रेस का वैन्यू कित्थे होंदा है बच्चे? वो होंदा वैन्यू लाहौर दे विच, लाहौर दे विच। और ICS एग्जाम जोड़े इंडियन सिविल सर्विस के जोड़े IAS के वाले एग्जाम थी सिविल सर्विसेज वाले, वो इंडिया दे विच डिमांड ही कि इंडिया दे विच ही होने चाहिए हैं। और अगला मुद्दा है रिडक्शन इन मिलिटरी एक्सपेंडिचर इन इंडिया। भारत दे विच जिहड़ा आर्मी ते फौज ते जिहड़ा खर्चा किया जाता उन्होंने भी रिड्यूस करना, ये भी डिमांड सी। नैक्सट है 1896 जिहड़ा कांग्रेस का सैशन होंदा वो कित्थे है बच्चे? वो पूछा जाए कि डैट इज़ इन कलकत्ता। तो प्रेजिडेंट रहीमतुल्ला सयानी। अगर पूछा जाएगा कि 1896 की जिहड़ी कांग्रेस का प्रधान ही वही रहीमतुल्ला सयानी। और वंदे मातरम सॉन्ग जिहड़ा हैगा उन्होंने पहली बार इत्थे गाया गया सी। और इस दे टाइम ते ही इसे टाइम ते ही 1896-97 विच एक इंडिया दे विच फेमाइन जिन्हों कहने आ काल सोखा सोखा पै जाना, मतलब जो बारिश ना होने के कारण काफ़ी ज़्यादा जी फसलें जड़ियाँ खराब हो जांदियां उन्होंने फेमाइन कहने आ, वो भी रहीमतुल्ला सयानी के टाइम ते होया सी। ठीक है जी। नैक्सट स्टूडेंट अगे चलते हैं आप। नैक्सट बच्चे देखो स्टूडेंट, नैक्सट आप करते हैं 1899 ਦੇ ਵਿੱਚ ਤੇ 1901 ਦੇ ਵਿੱਚ। ਹੁਣੇ ਕਾਂਗਰਸ ਦਾ ਟਾਈਮ ਚੱਲ ਰਿਹਾ। 1899 ਦੇ ਵਿੱਚ ਵੈਨਿਊ ਹੈਗਾ ਲਖਨਊ ਦੇ ਵਿੱਚ ਕਾਂਗਰਸ ਦਾ ਸੈਸ਼ਨ। ਪ੍ਰੈਜ਼ੀਡੈਂਟ ਕੌਣ ਹੈਗਾ? ਰੋਮੇਸ਼ ਚੰਦਰਾ ਦੱਤ, RC ਦੱਤ। ਔਰ ਇਸ ਟਾਈਮ ਭਾਰਤ ਵਿੱਚ ਇੱਕ ਨਵੇਂ ਵਾਇਸਰੋਏ ਆਉਂਦੇ ਲॉर्ड ਕਰਜ਼ਨ। लॉर्ड करजन का जो भी क्वेश्चन आता है वो स्टूडेंट ज़्यादा आता है कि बंगाल की वंड किसने कराई। आ पेपर च पार्टीशन ऑफ बंगाल, पार्टीशन ऑफ बंगाल, बंगाल दी वंड 1905 च हुंदी है। ये कौन करवांदा हैगा? लॉर्ड करजन के टाइम से। डिमांड फॉर द परमानेंट फिक्सेशन ऑफ लैंड रेवन्यू, ये टाइम ते एक डिमांड रखी जाती हैगी रमेश चंद्र दत्त जी के टाइम ते कि जिहड़ा टैक्स पैंदा हैगा कि जिहड़ी अंग्रेजी हुकूमत हैगी अपनी मर्जी नाल टैक्स चेंज करती रहिंदी, वधांदी रहिंदी, तो वो की कह रहे हैं एक परमानेंटली इन फिक्स करो।
ਔਰ 1890 ਦੇ ਵਿੱਚ 1890 ਦੇ ਵਿੱਚ ਇੰਡੀਅਨ ਫੇਮਾਈਨ ਦੁਬਾਰਾ ਜਿਹੜਾ ਇਹਦੇ ਟਾਈਮ ਤੇ 90 ਤੋਂ ਲੈ ਕੇ 99 ਦੇ ਵਿੱਚ ਇਹ ਮਤਲਬ ਕਾਫੀ ਲੰਬਾ ਸਮਾਂ ਇੱਕ ਸੋਖਾ ਦੁਬਾਰਾ ਵਿੱਚ ਫੇਮਾਈਨ ਪੈ ਜਾਂਦਾ ਹੈ। ਉਸ ਤੋਂ ਬਾਅਦ ਆਂਦਾ ਬੱਚੇ ਕਾਂਗਰਸ ਦਾ ਸੈਸ਼ਨ 1901 ਵਾਲਾ। ਅਗਰ ਪੁੱਛਿਆ ਜਾਏ ਕਿੱਥੇ ਹੋਇਆ ਸੀ, ਕਲਕੱਤਾ। ਪ੍ਰੈਜ਼ੀਡੈਂਟ ਕੌਣ ਸੀ, ਦਿਨਸ਼ਾ ਈ ਵੱਕਾ। ਠੀਕ ਹੈ, ਇਹ ਨੋਟ ਕਰ ਲਿਓ, DE ਵੱਕਾ, ਵੱਕਾ ਯਾਦ ਰੱਖਿਓ। ਇਹ ਪ੍ਰੈਜ਼ੀਡੈਂਟ ਹੋਏ 1901 ਦੇ ਵਿੱਚ ਕਾਂਗਰਸ ਦੇ। ਔਰ ਇਹਨਾਂ ਦੇ ਟਾਈਮ ਤੇ ਕਿਆ ਹੋਇਆ, ਫਸਟ ਟਾਈਮ ਗਾਂਧੀ ਜੀ ਅਪੇਅਰਡ ਔਨ ਦਾ ਕਾਂਗਰਸ ਪਲੇਟਫਾਰਮ। ਕਾਂਗਰਸ, ਧਿਆਨ ਨਾਲ ਸੁਣ ਲਿਓ, ਕਾਂਗਰਸ ਦੇ ਵਿੱਚ ਐਜ਼ ਏ ਪ੍ਰੈਜ਼ੀਡੈਂਟ ਨਹੀਂ ਕਹਿ ਸਕਦੇ ਕਿ ਗਾਂਧੀ ਜੀ ਨੇ ਕਾਂਗਰਸ ਦੀ ਮੀਟਿੰਗ ਇਸ ਟਾਈਮ ਅਟੈਂਡ ਕੀਤੀ ਪਹਿਲੀ। ਗਾਂਧੀ ਜੀ ਅਰਜ ਦਾ ਕਾਂਗਰਸ ਟੂ ਸਪੋਰਟ ਦਾ ਸਟਰਗਲ ਅਗੇਂਸਟ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਐਂਡ ਐਕਸਪਲੋਇਟੇਸ਼ਨ ਇਨ ਦਾ ਕੰਟਰੀ। ਗਾਂਧੀ ਜੀ ਪਹਿਲੀ ਵਾਰ ਕਾਂਗਰਸ ਸੈਸ਼ਨ ਵਿੱਚ ਸ਼ਾਮਲ ਹੋਏ ਤੇ ਕਾਂਗਰਸ ਨੂੰ ਦੇਸ਼ ਵਿੱਚ ਨਸਲੀ ਵਿਤਕਰੇ ਅਤੇ ਸ਼ੋਸ਼ਣ ਵਿਰੁੱਧ ਸੰਘਰਸ਼ ਦਾ ਸਮਰਥਨ ਕਰਨ ਲਈ ਅਪੀਲ ਕੀਤੀ। ਮਤਲਬ ਇਹ ਕਹਿ ਰਹੀ ਕਿ ਜਿਹੜੀ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਹੈਗੀ ਹੈ ਉਹ ਇੰਡੀਆ ਦੇ ਵਿੱਚ ਜਾਂ ਕਿਤੇ ਵੀ ਨਹੀਂ ਹੋਣੀ ਚਾਹੀਦੀ। ਇਹ ਇਹਨਾਂ ਦਾ ਪਹਿਲਾ ਪੁਆਇੰਟ ਸੀ। ਔਰ ਤੁਸੀਂ ਗਾਂਧੀ ਜੀ ਦਾ ਮੇਨ ਕੁਐਸਚਨ ਯਾਦ ਰੱਖਿਓ ਕਿ ਪਹਿਲੀ ਵਾਰ ਗਾਂਧੀ ਜੀ ਮਤਲਬ ਪ੍ਰਧਾਨਗੀ ਨਹੀਂ ਕਹਿ ਸਕਦੇ, ਗਾਂਧੀ ਜੀ ਨੇ ਪਹਿਲੀ ਵਾਰ ਕਾਂਗਰਸ ਕਿਹੜੇ ਸੈਸ਼ਨ ਨੂੰ ਅਟੈਂਡ ਕੀਤਾ ਸੀ, ਤਾਂ ਉਹ ਹੈ ਕਲਕੱਤਾ 1901। ਪ੍ਰੈਜ਼ੀਡੈਂਟ ਹੀ ਦੀਨਸ਼ਾ ਈ ਵੱਕਾ। ਨੈਕਸਟ ਚਲਦੇ ਹਾਂ ਅਗਲੇ ਸੈਸ਼ਨ ਵੱਲ। ਨੈਕਸਟ ਸਟੂਡੈਂਟ ਗੱਲ ਕਰ ਰਹੇ ਹਾਂ ਵੈਰੀ ਇੰਪੋਰਟੈਂਟ 1905 ਦਾ ਸੈਸ਼ਨ। ਇਹ ਵੈਨਿਊ ਕਿੱਥੇ ਹੋਇਆ ਸੈਸ਼ਨ, ਇਹ ਸਟੂਡੈਂਟ ਹੋਇਆ ਬਨਾਰਸ ਦੇ ਵਿੱਚ। ਪ੍ਰੈਜ਼ੀਡੈਂਟ ਹੈ ਗੋਪਾਲ ਕ੍ਰਿਸ਼ਨ ਗੋਖਲੇ। ਫਾਰਮਲ ਪ੍ਰੋਕਲਾਮੇਸ਼ਨ ਆਫ ਸਵਦੇਸ਼ੀ ਮੂਵਮੈਂਟ ਅਗੇਂਸਟ ਗਵਰਨਮੈਂਟ, ਸਰਕਾਰ ਵਿਰੁੱਧ ਸਵਦੇਸ਼ੀ ਅੰਦੋਲਨ ਦਾ ਰਸਮੀ ਐਲਾਨ ਕੀਤਾ ਗਿਆ। ਅਗਰ ਤੁਹਾਨੂੰ ਪੁੱਛਿਆ ਜਾਏਗਾ ਨਾ, ਇਹ 1905 ਦਾ ਸੈਸ਼ਨ ਬੜਾ ਪੇਪਰ 'ਚ ਆ ਰਿਹਾ ਵੀ ਕਿੱਥੇ ਹੋਇਆ, ਬਨਾਰਸ ਵਿੱਚ। ਇਹਦਾ ਪ੍ਰੈਜ਼ੀਡੈਂਟ ਹੈਗਾ ਗੋਪਾਲ ਕ੍ਰਿਸ਼ਨ ਗੋਖਲੇ ਜੀ। ਔਰ ਸਵਦੇਸ਼ੀ ਮੂਵਮੈਂਟ ਜਿਹੜੀ ਹੈਗੀ ਹੈ, ਇਹ ਕਹਿ ਰਹੇ ਆਪਣਾ ਹੀ ਬਣਿਆ ਹੋਇਆ ਇੰਡੀਆ ਦਾ ਕੱਪੜਾ, ਨਮਕ, ਹੋਰ ਸਮਾਨ, ਇਹ ਸਾਰਾ ਇੰਡੀਆ ਦਾ ਹੋਣਾ ਚਾਹੀਦਾ। ਠੀਕ ਹੈ, ਇਸ ਸੈਸ਼ਨ ਦੇ ਵਿੱਚ ਜਿਹੜਾ ਮੇਨ ਮੁੱਦਾ ਸੀ। ਔਰ ਉਸ ਤੋਂ ਸੌਰੀ ਔਰ ਪਾਰਟੀਸ਼ਨ ਆਫ ਬੰਗਾਲ, ਬੰਗਾਲ ਦੀ ਵੰਡ ਇਸ ਟਾਈਮ ਹੁੰਦੀ ਹੈ 16 ਅਕਤੂਬਰ 1905। ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸਭ ਤੋਂ ਜ਼ਿਆਦਾ ਪੁੱਛਿਆ ਜਾਣ ਵਾਲਾ ਕੁਐਸਚਨ ਕਿਸ ਦੇ ਟਾਈਮ ਹੋਈ ਹੈ, ਲਾਰਡ ਕਰਜ਼ਨ ਦੇ ਟਾਈਮ ਤੇ। ਇਹ ਮੈਂ ਹੁਣੇ ਕਰਵਾ ਕੇ ਆਇਆ ਤੁਹਾਨੂੰ। 1906 ਵਾਲਾ ਸੈਸ਼ਨ ਅੱਗੇ ਆਂਦਾ ਹੈਗਾ ਕਾਂਗਰਸ ਦਾ INC। ਕਿੱਥੇ ਹੁੰਦਾ, ਕਲਕੱਤਾ। ਪ੍ਰੈਜ਼ੀਡੈਂਟ ਕੌਣ ਹੈ, ਦਾਦਾ ਭਾਈ ਨਰੋਜੀ। ਬੱਚੇ ਨੋਟ ਕਰ ਲੈਣੇ, ਬੜੇ ਇੰਪੋਰਟੈਂਟ ਕੁਐਸਚਨ ਹੈ। ਦਾਦਾ ਭਾਈ ਨਰੋਜੀ ਦੇ ਟਾਈਮ ਤੇ ਇੱਥੇ 4 ਰੈਜ਼ੋਲੂਸ਼ਨ ਮਤੇ ਜਿਹੜੇ ਹੈਗੇ ਆ ਉਹ ਅਡਾਪਟ ਕੀਤੇ ਜਾਂਦੇ, ਸਵੀਕਾਰ ਕੀਤੇ ਜਾਂਦੇ। ਕਿਹੜੇ ਹੈਗੇ ਆ, ਸਵਰਾਜ, ਬਾਈਕਾਟ ਮੂਵਮੈਂਟ, ਸਵਦੇਸ਼ੀ ਤੇ ਨੈਸ਼ਨਲ ਐਜੂਕੇਸ਼ਨ। 4 ਗੱਲਾਂ ਹੁੰਦੀਆਂ। ਸਵਰਾਜ ਕਿ ਸੈਲਫ ਇੰਡੀਆ ਦੀ ਆਪਣੀ ਗਵਰਨਮੈਂਟ ਹੋਣੀ ਚਾਹੀਦੀ, ਇੰਡੀਪੈਂਡੈਂਟ। ਬਾਈਕਾਟ ਮੂਵਮੈਂਟ ਮਤਲਬ ਚੀਜ਼ਾਂ ਦਾ ਬਾਈਕਾਟ ਕਰੋ, ਸਵਦੇਸ਼ੀ ਚੀਜ਼ਾਂ ਅਪਣਾਓ। ਤੇ ਨੈਸ਼ਨਲ ਐਜੂਕੇਸ਼ਨ ਕਿ ਆਪਣੇ ਰਾਸ਼ਟਰ ਦੀ ਆਪਣੀ ਐਜੂਕੇਸ਼ਨ ਬਾਰੇ। ਇਹ 4 ਜਿਹੜੇ ਮੇਨ ਮੁੱਦੇ 1906 ਦੇ ਸੈਸ਼ਨ ਵਿੱਚ ਡਿਸਕਸ ਹੋਏ ਸੀ। ਨੈਕਸਟ ਦੇਖਦੇ ਹਾਂ। ਨੈਕਸਟ ਸਟੂਡੈਂਟ ਕਰਦੇ ਹਾਂ ਆਪਾਂ 1907 ਦੇ ਵਿੱਚ ਹੁੰਦਾ ਸੈਸ਼ਨ। ਬੱਚੇ ਕਿੱਥੇ ਹੁੰਦਾ, ਵੈਨਿਊ ਹੈਗਾ ਸੂਰਤ। ਤੇ ਪ੍ਰਧਾਨ ਕੌਣ ਹੈ ਉੱਥੇ, ਰਾਸ ਬਿਹਾਰੀ ਘੋਸ਼। ਔਰ ਇੱਥੇ ਹੁੰਦਾ ਕੀ ਹੈ, ਸਪਲਿਟ ਇਨ ਕਾਂਗਰਸ। ਸਪਲਿਟ ਹੁੰਦਾ ਵੰਡਣਾ, ਵੈਰੀ ਇੰਪੋਰਟੈਂਟ। ਕਾਂਗਰਸ ਪਾਰਟੀ 2 ਗੁੱਟਾਂ ਵਿੱਚ ਵੰਡੀ ਗਈ। ਕਿਹੜਾ, ਮੋਡਰੇਟ ਤੇ ਐਕਸਟ੍ਰੀਮਿਸਟ। ਮੋਡਰੇਟ ਹੁੰਦੇ ਹੀ ਨਰਮ ਦਲ ਤੇ ਇਹ ਐਕਸਟ੍ਰੀਮਿਸਟ ਹੁੰਦਾ ਗਰਮ ਦਲ। ਮਤਲਬ ਨਰਮ ਦਾ ਮਤਲਬ ਜਿਨ੍ਹਾਂ ਦਾ ਸੁਭਾਅ ਜਿਹੜਾ ਹੈਗਾ ਉਹ ਲੜਨ ਵਾਲਾ ਨਹੀਂ ਸੀ, ਐਕਸਟ੍ਰੀਮਿਸਟ ਲੜਨ ਵਾਲੇ ਹੀ ਸੀ। ਠੀਕ ਹੈ ਜੀ। ਔਰ ਇਹ ਜਿਹੜਾ ਸੈਸ਼ਨ ਹੈ ਅਡਜੋਰਨ ਹੋ ਜਾਂਦਾ, ਮੁਲਤਵੀ ਕਰ ਦਿੱਤਾ ਗਿਆ। ਤੁਹਾਨੂੰ ਅਗਰ ਪੁੱਛਿਆ ਜਾਏਗਾ ਸੂਰਤ ਸਪਲਿਟ ਕਦੋਂ ਹੀ, ਸਪਲਿਟ ਵਰਡ ਯਾਦ ਰੱਖਿਓ। ਸੂਰਤ ਵੰਡ ਕਹਿ ਸਕਦੇ ਹਾਂ,
ਵੰਡ ਦਾ ਮਤਲਬ ਕਾਂਗਰਸ ਦਾ ਦੋ ਹਿੱਸਿਆਂ ਵਿੱਚ ਵੰਡਿਆ ਜਾਣਾ, ਤਾਂ ਉਹ ਹੈ ਨਰਮ ਦਲ ਗਰਮ ਦਲ। ਦੇਖੋ ਨੈਕਸਟ, ਉਸ ਤੋਂ ਬਾਅਦ ਆਂਦਾ 1910 ਇਲਾਹਾਬਾਦ ਸੈਸ਼ਨ। ਇੱਥੇ ਪ੍ਰੈਜ਼ੀਡੈਂਟ ਹੈਗਾ ਸਰ ਵਿਲੀਅਮ ਬਟਰਬਰਨ। ਮੁਹੰਮਦ ਅਲੀ ਜਿਨਾ decried the separate electorate system introduced by Act 1909। ਇਹਦੇ ਚ ਸਟੂਡੈਂਟ ਜ਼ਿਆਦਾ ਮੇਨ ਤੁਸੀਂ ਇਹ ਨੋਟ ਹੀ ਕਰੋ ਕਿ ਇਹ ਜਿਹੜਾ 1910 ਵਿੱਚ ਸੈਸ਼ਨ ਹੁੰਦਾ ਇਲਾਹਾਬਾਦ, ਸਰ ਵਿਲੀਅਮ ਬਟਰਬਰਨ ਇਹਦੇ ਪ੍ਰੈਜ਼ੀਡੈਂਟ ਹੈਗੇ ਆ। 1911 ਦਾ ਸੈਸ਼ਨ ਹੁੰਦਾ ਕਲਕੱਤਾ, ਪ੍ਰੈਜ਼ੀਡੈਂਟ ਹੈਗੇ ਆ BN ਧਰ। ਔਰ ਫਸਟ ਟਾਈਮ ਰਿਸਾਈਟਲ ਆਫ ਜਨ ਗਣ ਮਨ ਇਨ ਕਾਂਗਰਸ, ਪਹਿਲੀ ਵਾਰ ਜਨ ਗਣ ਮਨ ਕਿੱਥੇ ਗਾਈ ਬੋਲੀ ਗਈ ਹੈ ਜਾਂ ਗਾਈ ਗਈ ਸੀ, 1911 ਦਾ ਸੈਸ਼ਨ ਕਲਕੱਤਾ, ਤੇ BN ਧਰ ਉੱਥੇ ਪ੍ਰੈਜ਼ੀਡੈਂਟ ਸਨ। ਨੈਕਸਟ ਗੱਲ ਕਰੀਏ ਸਟੂਡੈਂਟ 1916 ਦੇ ਵਿੱਚ ਸੈਸ਼ਨ ਹੁੰਦਾ ਲਖਨਊ ਔਰ ਪ੍ਰੈਜ਼ੀਡੈਂਟ AC ਮੁਜ਼ੰਦਰ, ਇਹ ਵੀ ਇੰਪੋਰਟੈਂਟ ਹੈਗਾ। ਔਰ यूनिटी बिटवीन टू फैक्शंस मॉडरेट एंड एक्सट्रीमिस्ट ऑफ कांग्रेस, ये भी नोट कर लियो। इस टाइम ते मॉडरेट ते जड़े एक्सट्रीमिस्ट है मतलब नरम दल ते गर्म दल आपस दे विच सुलह हो जाती, उन्हां दे विच एग्रीमेंट हो जाता। और उस एग्रीमेंट का नाम है लखनऊ पैक्ट 1916। अगर तुहानूं पूछा जाएगा कि कांग्रेस जिहड़ी है वंडी कित्थे गई सी, वो मैं दसता 1907 विच वंडी गई सी सूरत विच। पर जे कह यूनाइट किद्दां हो गई, कदों होई ही 1916 लखनऊ दे विच। और स्टूडेंट लखनऊ का सैशन हैगा वो नोट कर लियो, कांग्रेस ते मुस्लिम लीग आपस विच जिहड़े हैगे आ वो फ्रेंड बन गए, ठीक है जी। एंड ये भी नोट कर लियो, ये लखनऊ सैशन हुंदा दिसंबर 1916 दे विच, अगर तुहानूं ये क्वेश्चन पूछा जाता है। नैक्सट गल करिए स्टूडेंट 1917 कित्थे हुंदा सैशन कलकत्ता, एनी बेसेंट फस्ट वोमेन प्रेजिडेंट ऑफ कांग्रेस। इदां दे क्वेश्चन कई बार पूछे जाते हैं कि कांग्रेस की पहली महिला वोमेन प्रेजिडेंट कौन ही, वो है एनी बेसेंट। और एनी बेसेंट ने प्रधानगी की 1917 कलकत्ता सैशन। 1918 का सैशन होया बॉम्बे, प्रेजिडेंट सी सैयद हसन इमाम। मैं थोड़ा जल्दी तां करवा रहा क्योंकि टॉपिक लंबा हो जाना, वीडियो दे विच काफ़ी इनू कवर करना औखा हो जाना, तो मेन पॉइंट मैं सारे दसी जा रहा तुहानूं। 1919 का सैशन आंदा अमृतसर दे विच, प्रेजिडेंट है मोती लाल नेहरू। कांग्रेस एक्सटेंडेड सपोर्ट टू खिलाफत मूवमेंट, और कांग्रेस किनू करती सपोर्ट खिलाफत मूवमेंट नूं। 1920 ਦੇ ਵਿੱਚ स्पैशल ਹੁੰਦਾ स्पैशल सैशन ਹੁੰਦਾ कलकत्ता और लाला लाजपत राय, इन्होंने पंजाब केसरी कहा जाता ही। 1920 कांग्रेस का सैशन कित्थे ਹੁੰਦਾ कलकत्ता, और कौन है प्रेजिडेंट, लाला लाजपत राय जी, पंजाब केसरी। नैक्सट 1920 ਦੇ ਵਿੱਚ सैशन मेन बुलाया जाता नागपुर ਦੇ ਵਿੱਚ, प्रेजिडेंट है C विजय रघवाचार्य, ठीक है जी, नोट कर लियो। नैक्सट 1922 गया, और प्रेजिडेंट है CR दास, CR दास प्रेजिडेंट। नैक्सट 1924 वेरी वेरी इंपॉर्टेंट, इनू वेरी इंपॉर्टेंट तां कहांगे, क्वेश्चन आ रहा कि गांधी जी कदों कांग्रेस के प्रेजिडेंट और कित्थे बने ही। 1924 च बैलगांव जगह हैगी है, उत्थे कांग्रेस के प्रेजिडेंट बने सी पहली बारी, पूछा जाता हुंदा ते आंसर ये देना। एंड 1925 कानपुर हुंदा सैशन, प्रेजिडेंट है सरोजिनी नायडू, फस्ट इंडियन वोमेन प्रेजिडेंट। अगर तुहानूं पूछे जाए पहली भारतीय महिला जिहड़ी कांग्रेस की प्रेजिडेंट बनी है वो कौन सी, सरोजिनी नायडू, कानपुर दे विच। 1927 मद्रास जगह हैगी, उत्थे सैशन हुंदा और प्रेजिडेंट डॉक्टर MA अंसारी। स्टूडेंट जल्दी जल्दी नोट कर लेने तुसीं, क्वेश्चन इंपॉर्टेंट है। 1928 कलकत्ता सैशन,
ਪ੍ਰੈਜ਼ੀਡੈਂਟ ਮੋਤੀ ਲਾਲ ਨਹਿਰੂ। ਔਰ 1929 ਦੇ ਵਿੱਚ ਲਾਹੌਰ 'ਚ ਸੈਸ਼ਨ ਹੁੰਦਾ ਹੈਗਾ ਪ੍ਰੈਜ਼ੀਡੈਂਟ ਜਵਾਹਰ ਲਾਲ ਨਹਿਰੂ। ਔਰ 1929 ਦਾ ਇੰਪੋਰਟੈਂਟ ਕੁਐਸਚਨ ਇਹ ਨਿਕਲ ਕੇ ਆਉਂਦਾ ਕਿ ਇੱਥੇ ਕਿਹੜਾ ਰੈਜ਼ੋਲੂਸ਼ਨ, ਕਿਹੜਾ ਮਤਾ ਪਿਆ ਸੀ, ਉਹੀ ਪੂਰਨ ਸਵਰਾਜ, ਕੰਪਲੀਟ ਇੰਡੀਪੈਂਡੈਂਸ। ਠੀਕ ਹੈ ਜੀ, ਆ ਨੋਟ ਕਰ ਲੈਣਾ। 1931 ਨੂੰ ਸੈਸ਼ਨ ਹੁੰਦਾ ਕਾਂਗਰਸ ਦਾ, ਉਹ ਕਰਾਚੀ ਸੈਸ਼ਨ, ਉਹਨੂੰ ਔਰ ਪ੍ਰੈਜ਼ੀਡੈਂਟ ਵੱਲਭ ਭਾਈ ਪਟੇਲ, ਵੀ ਨੋਟ ਕਰ ਲੈਣਾ, ਵੈਰੀ ਇੰਪੋਰਟੈਂਟ। ਔਰ ਇੱਥੇ ਫੰਡਾਮੈਂਟਲ ਰਾਈਟਸ ਤੇ ਨੈਸ਼ਨਲ ਇਕਨੋਮਿਕ ਪ੍ਰੋਗਰਾਮ, ਇਹ ਦੋ ਮੁੱਦੇ ਜਿਹੜੇ ਹੈਗੇ ਆ ਉਹਨਾਂ ਦੇ ਉੱਪਰ ਓਕੇ ਹੁੰਦੀ ਹੈ, ਯੈਸ ਹੁੰਦੀ ਹੈ। ਅਗਰ ਤੁਹਾਨੂੰ ਪੁੱਛਿਆ ਜਾਏਗਾ ਕਰਾਚੀ ਸੈਸ਼ਨ ਵੱਲਭ ਭਾਈ ਪਟੇਲ ਦਾ ਟਾਈਮ ਤੇ ਹੋਇਆ 1931, ਉੱਥੇ ਕਿਹੜੇ ਰੈਜ਼ੋਲੂਸ਼ਨ, ਕਿਹੜੇ ਮਤੇ ਪਾਸ ਹੋਏ ਆ, ਕਿਹੜੇ ਐਗਰੀਮੈਂਟ ਹੋਏ ਆ? ਆਨਸਰ ਪਹਿਲਾ ਫੰਡਾਮੈਂਟਲ ਰਾਈਟਸ, ਦੂਜਾ ਨੈਸ਼ਨਲ ਇਕਨੋਮਿਕ ਪ੍ਰੋਗਰਾਮ। ਨੈਕਸਟ ਹੈਗਾ ਤੁਹਾਡਾ 1934, 1934, ਇਹ ਕਾਂਗਰਸ ਦਾ ਪ੍ਰੈਜ਼ੀਡੈਂਟ ਸੈਸ਼ਨ ਹੁੰਦਾ ਬੰਬੇ, ਔਰ ਪ੍ਰੈਜ਼ੀਡੈਂਟ ਹੈਗੇ ਡਾਕਟਰ ਰਾਜਿੰਦਰ ਪ੍ਰਸਾਦ। ਫਿਰ ਗੱਲ ਕरें 1936 ਲਖਨਊ 'ਚ ਸੈਸ਼ਨ ਹੁੰਦਾ, ਪ੍ਰੈਜ਼ੀਡੈਂਟ ਹੈ ਜਵਾਹਰ ਲਾਲ ਨਹਿਰੂ। 1937 ਫੈਜ਼ਪੁਰ, ਜਵਾਹਰ ਲਾਲ ਨਹਿਰੂ। ਔਰ 1938 ਵਾਲਾ ਸੈਸ਼ਨ ਵੀ ਇੰਪੋਰਟੈਂਟ ਹੈ, ਕਿਉਂ? ਪਹਿਲੀ ਵਾਰ ਪਿੰਡ ਦੇ ਵਿੱਚ ਹੁੰਦਾ ਇੱਕ ਸੈਸ਼ਨ, ਪੁੱਛਿਆ ਜਾਏਗਾ ਅਗਰ, ਹਰੀਪੁਰਾ ਨਾਂ ਦਾ ਪਿੰਡ ਹੈ, ਸੁਭਾਸ਼ ਚੰਦਰ ਬੋਸ ਇੱਥੇ ਪ੍ਰੈਜ਼ੀਡੈਂਟ ਸੀ। 1939 ਤ੍ਰਿਪੁਰੀ ਜਗ੍ਹਾ ਹੈਗੀ ਹੈ, ਔਰ ਪ੍ਰੈਜ਼ੀਡੈਂਟ ਹੀ ਡਾਕਟਰ ਰਾਜਿੰਦਰ ਪ੍ਰਸਾਦ। ਔਰ ਪੇਪਰ 'ਚ ਇੱਕ ਕੁਐਸਚਨ ਆਇਆ ਸੀ ਲਾਸਟ ਟਾਈਮ 2022 ਦੇ ਵਿੱਚ, ਫਾਰਵਰਡ ਬਲੌਕ ਕਿਹਨੇ ਬਣਾਇਆ ਸੀ? ਸੁਭਾਸ਼ ਚੰਦਰ ਬੋਸ ਜੀ ਨੇ, ਠੀਕ ਹੈ ਜੀ, ਜਿਨ੍ਹਾਂ ਨੇ ਆਜ਼ਾਦ ਹਿੰਦ ਫੌਜ ਬਣਾਈ। 1940 ਵੈਨਿਊ ਕਾਂਗਰਸ ਦਾ ਸੈਸ਼ਨ ਹੁੰਦਾ ਰਾਮਗੜ੍ਹ, ਅਬੁਲ ਕਲਾਮ ਆਜ਼ਾਦ ਪ੍ਰੈਜ਼ੀਡੈਂਟ ਹੁੰਦੇ। 1946 ਵੈਨਿਊ ਹੈਗਾ ਕਾਂਗਰਸ ਦਾ ਮੇਰਠ, ਔਰ ਪ੍ਰੈਜ਼ੀਡੈਂਟ JB ਕ੍ਰਿਪਲਾਨੀ। ਔਰ ਲਾਸਟ ਸੈਸ਼ਨ ਬਿਫੋਰ ਇੰਡੀਪੈਂਡੈਂਸ 1947 ਤੋਂ ਪਹਿਲਾਂ JB ਕ੍ਰਿਪਲਾਨੀ ਵਾਜ਼ ਦਾ ਪ੍ਰੈਜ਼ੀਡੈਂਟ ਆਫ ਇੰਡੀਅਨ ਨੈਸ਼ਨਲ ਕਾਂਗਰਸ ਐਟ ਇੰਡੀਪੈਂਡੈਂਸ। ਮਤਲਬ ਆਜ਼ਾਦੀ ਤੋਂ ਪਹਿਲਾਂ ਜਿਹੜਾ ਸੈਸ਼ਨ ਹੁੰਦਾ ਕਾਂਗਰਸ ਦਾ, ਉਹ ਹੈਗਾ ਇਹ 1946 ਵਾਲਾ। ਤੇ ਤੁਹਾਨੂੰ ਪੁੱਛਿਆ ਜਾਏ ਉਸ ਟਾਈਮ ਕਾਂਗਰਸ ਦੇ ਪ੍ਰੈਜ਼ੀਡੈਂਟ ਕੌਣ ਸੀ ਔਰ ਕਿੱਥੇ ਹੋਇਆ ਸੀ ਇਹ ਸੈਸ਼ਨ? ਆਨਸਰ ਮੇਰਠ ਵਿੱਚ ਹੋਇਆ ਸੀ, ਔਰ ਪ੍ਰੈਜ਼ੀਡੈਂਟ ਹੀ JB ਕ੍ਰਿਪਲਾਨੀ। ਇਹ ਸੀ ਸਟੂਡੈਂਟ ਕਾਂਗਰਸ ਬਾਰੇ ਸਾਰੇ ਕੁਐਸਚਨ, ਸਾਰੇ ਇੰਪੋਰਟੈਂਟ ਸੈਸ਼ਨਸ। ਤੇ ਵੀਡੀਓ ਅਗਰ ਅੱਛੀ ਲੱਗੇਗੀ ਸਟੂਡੈਂਟ ਇਹਨੂੰ ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰਿਓ। ਥੈਂਕ ਯੂ।